ਜੀ ਅਸਲਾਮ ਵਾਲੇਕੁਮ ਜੀ। ਕੀ ਹਾਲ ਹੈ ਸੰਗੀਓ ਸਾਥੀਓ, ਸਭ ਠੀਕ ਹੋ? ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ। ਗੱਲ ਹੈ ਵੀ ਬੜੀ ਪਤੇ ਦੀ ਹੈ, ਸੋਚ ਸਮਝਣ ਦੀ ਹੈ, ਸੋਚ ਸਮਝ ਕੇ ਅਮਲ ਕਰਨ ਦੀ ਹੈ। ਗੱਲ ਇਹ ਵੇ ਕਿ ਸਾਡੇ ਪਿੰਡਾਂ ਦੀ ਝੂਠੀ ਚੌਧਰ। ਅਕਸਰ ਔਕਾਤ ਸਾਡੇ ਪਿੰਡਾਂ 'ਚ ਹੁੰਦਾ ਕੀ ਹੈ ਕਿ ਜਿਹੜੇ ਪਿੰਡਾਂ ਦੇ ਚੌਧਰੀ ਨੇ ਔਰ ਆਪਣੀ ਝੂਠੀ ਚੌਧਰ ਚਮਕਾਉਣ ਵਾਸਤੇ ਕਿਸੇ ਦੀਆਂ ਮੱਝਾਂ ਚੋਰੀ ਕਰਵਾਤੀਆਂ, ਕਿਸੇ ਦੇ ਟਰੈਕਟਰ ਚੋਰੀ ਕਰਵਾਤੇ, ਕਿਸੇ ਦੀਆਂ ਲੜਾਈਆਂ ਖੁਦ ਹੀ ਕਰਵਾ ਕੇ ਤੇ ਖੁਦ ਹੀ ਉਹਨਾਂ ਦੀਆਂ ਸੁਲ੍ਹਾ ਕਰਵਾ ਕੇ ਆਪਣੇ ਨੰਬਰ ਬਣਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਇੱਕ ਬਜ਼ੁਰਗ ਸਨ, ਬਾਬਾ ਜੀ ਸਨ, ਜਿਨ੍ਹਾਂ ਨੇ ਆਪਣੇ ਦੌਰ ਵਿੱਚ ਚੰਗੀ ਤੇ ਸੋਹਣੀ ਚੌਧਰ ਆਪਣੇ ਇਲਾਕੇ 'ਚ ਕੀਤੀ। ਉਹਨਾਂ ਦਾ ਆਖਰੀ ਵੇਲਾ ਆ ਗਿਆ। 100 ਸਾਲ ਉਮਰ ਹੋ ਗਈ। ਸਿਆਣੇ ਦੱਸਦੇ ਨੇ ਕਿ 100 ਸਾਲ ਹੀ ਉਮਰ ਸੀ। ਤੇ ਉਹਨਾਂ ਦੇ ਕੋਲ ਕੋਈ ਉਹਨਾਂ ਦਾ ਰਿਸ਼ਤੇਦਾਰ ਆਇਆ, ਜਿਹੜਾ ਕਿ ਇੰਜ ਦੀ ਹੀ ਝੂਠੀ ਚੌਧਰ ਜਿਹੜਾ ਨਾ ਆਪਣੀ ਚਮਕਾਉਣਾ ਚਾਹੁੰਦਾ ਸੀ। ਉਹਨੇ ਆ ਕੇ ਗੱਲ ਕੀਤੀ ਕਿ ਬਜ਼ੁਰਗੋ, ਮੈਂ ਹੁਣ ਤੁਹਾਡੀ ਜਗ੍ਹਾ ਤੇ ਚੌਧਰ ਕਰਨਾ ਚਾਹੁੰਦਾ ਵਾਂ। ਤੇ ਉਹ ਬਾਬੇ ਉਹਨਾਂ ਨੇ ਕਿਹਾ ਕਿ ਪੁੱਤਰ, ਮੈਂ ਤੇ ਆਪਣੀ ਜ਼ਿੰਦਗੀ ਨਿਭਾ ਲਈ, ਮੈਂ ਤੇ ਚੌਧਰ ਦਾ ਡੰਕਾ ਬਜਾ ਲਿਆ। ਹੁਣ ਜਿਹੜਾ ਬਾਕੀ ਬਚਿਆ ਹੈ ਮੇਰਾ, ਜਿਹੜੀ ਬਾਕੀ ਚੌਧਰ ਬਚੀ ਹੈ ਉਹਦੇ 'ਚ ਨਜ਼ਰ ਮਾਰ ਲੈ, ਜੋ ਬਚਿਆ ਹੀ ਉਹ ਸੰਭਾਲ ਲੈ ਤੇ ਤੂੰ ਚੌਧਰ ਕਰ ਲੈ। ਚਾਰੇ ਬੰਨੇ ਉਹ ਰਿਸ਼ਤੇਦਾਰ ਜਿਹੜਾ ਉਹ ਨਵੀਂ ਚੌਧਰ ਕਰਨ ਦਾ ਉਮੀਦਵਾਰ, ਉਹਨੇ ਨਜ਼ਰ ਮਾਰੀ। ਜ਼ਮੀਨ, ਡੇਰਾ, ਬੰਨਾ, ਹਰ ਪਾਸੇ, ਤੇ ਉਹਨੂੰ ਕੋਈ ਵੀ ਚੀਜ਼ ਨਜ਼ਰ ਨਾ ਆਈ। ਹਰ ਪਾਸੇ ਖਾਲੀ ਮੈਦਾਨ ਨਜ਼ਰ ਆਇਆ। ਤੇ ਉਹ ਬਾਬੇ ਕੋਲੋਂ ਸਵਾਲ ਕਰਦਾ ਹੈ, ਬਾਬਾ ਜੀ, ਕਿਵੇਂ ਦੀ ਚੌਧਰ ਕਰਦੇ ਰਹੇ ਹੋ ਕਿ ਕੱਖ ਕੰਡਾ ਹੀ ਨਹੀਂ ਰਿਹਾ? ਲੋਕੀ ਤੇ ਕਮਾਉਂਦੇ ਨੇ ਚੌਧਰ ਕਰਕੇ, ਤੁਸੀਂ ਸਾਰਾ ਕੁਝ ਹੀ ਉਜਾੜ ਦਿੱਤਾ ਹੈ। ਬਜ਼ੁਰਗਾਂ ਨੇ ਜਵਾਬ ਦਿੱਤਾ, ਪੁੱਤਰ, ਪੱਲਾ ਲਾ ਕੇ ਚੌਧਰ ਹੁੰਦੀ ਏ, ਕੁੱਲੀ ਨੂੰ ਫੂਕ ਕੇ ਚੌਧਰ ਹੁੰਦੀ ਏ। ਤੇ ਚੌਧਰਾਂ ਜਿਹੜੀਆਂ ਇੰਜ ਨਹੀਂ ਹੁੰਦੀਆਂ ਕਿ ਸੁੱਕੀਆਂ ਚੌਧਰਾਂ ਕਰ ਲਓ ਤੇ ਕੁੱਲੀ ਨੂੰ ਅੱਗ ਨਾ ਲਾਓ। ਜਦੋਂ ਚੌਧਰਾਂ ਸੱਚੀਆਂ ਕੀਤੀਆਂ ਜਾਣ ਨਾ ਤੇ ਤੀਲਾ ਵੀ ਨਹੀਂ ਬਚਦਾ। ਮੈਂ ਸਾਰੀ ਜ਼ਿੰਦਗੀ ਇੰਜ ਦੀ ਚੌਧਰ ਨਹੀਂ ਕੀਤੀ ਕਿ ਆਪਸ ਵਿੱਚ ਦੋਨਾਂ ਪਾਰਟੀਆਂ ਨੂੰ ਲੜਾ ਦਿੱਤਾ, ਕਿਸੇ ਦੇ ਟਰੈਕਟਰ ਚੋਰੀ ਕਰਾਤੇ, ਕਿਸੇ ਦੇ ਡੰਗਰ ਚੋਰੀ ਕਰਵਾਤੇ, ਔਰ ਆਪੇ ਹੀ ਫਿਰ ਮਿਲ ਕੇ ਉਹ ਲੁਭਾ ਕੇ ਤੇ ਤਿੜ ਕੇ ਕਹਿਤਾ, ਜੀ ਹਾਂ ਵੇਖਿਓ ਕੰਮ ਕਰਾਤਾ ਕਿ ਨਹੀਂ ਕਰਾਇਆ। ਤੇ ਆਪੇ ਦੋਨਾਂ ਪਾਰਟੀਆਂ ਨੂੰ ਲੜਾ ਕੇ, ਆਪੇ ਉਹਨਾਂ ਦੀ ਸੁਲ੍ਹਾ ਕਰਵਾ ਕੇ ਤੇ ਦੁਨੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਇਹ ਜਤਲਾਇਆ ਕਿ ਵੇਖੋ ਮੈਂ ਸੁਲ੍ਹਾ ਕਰਾਈ ਹੈ ਕਿ ਨਹੀਂ ਕਰਾਈ। ਇੰਜ ਦੀਆਂ ਝੂਠੀਆਂ ਚੌਧਰਾਂ ਲੱਭ ਤੇ ਜਾਂਦੀਆਂ ਨੇ, ਲੇਕਿਨ ਜਦੋਂ ਸਾਰਾ ਖੁਲਾਸਾ ਖੁੱਲ੍ਹਦਾ ਹੈ ਤੇ ਉਹ ਚੌਧਰੀ ਜਿਸ ਤਰ੍ਹਾਂ ਜ਼ਲੀਲ ਹੁੰਦੇ ਨੇ ਆਪਣੇ ਲੋਕਾਂ ਦੇ ਵਿੱਚ, ਆਪਣੀ ਬਰਾਦਰੀ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ, ਉਹ ਫਿਰ ਅੱਲਾਹ ਤਾਲਾ ਹੀ ਜਾਣਦਾ ਹੈ ਜਾਂ ਉਹ ਇਲਾਕੇ ਵਾਲੇ ਜਾਣਦੇ ਨੇ। ਤੋ ਲਿਹਾਜ਼ਾ ਕਹਿਣ ਦਾ ਮਕਸਦ, ਸਾਰੀ ਗੱਲ ਦਾ ਖੁਲਾਸਾ ਇਹ ਸੀ ਕਿ ਅਗਰ ਚੌਧਰ ਵੀ ਕਰਨੀ ਹੈ ਤੇ ਸੱਚੀ ਚੌਧਰ ਕਰੋ। ਅੱਲਾਹ ਦੀ ਰਜ਼ਾ ਵਾਸਤੇ ਮਾੜਿਆਂ ਬੰਦਿਆਂ ਨਾਲ ਲੱਗੋ। ਅੱਲਾਹ ਦੀ ਰਜ਼ਾ ਵਾਸਤੇ ਸਾਰਿਆਂ ਦਾ ਭਲਾ ਕਰੋ। ਅੱਲਾਹ ਦੀ ਰਜ਼ਾ ਵਾਸਤੇ ਸੱਚੀਆਂ ਚੌਧਰਾਂ ਕਰੋ, ਝੂਠੀ ਚੌਧਰ ਨਾ ਕਰੋ। ਕਿਉਂਕਿ ਇੱਜ਼ਤਾਂ ਦੇਣ ਵਾਲਾ ਉਹ ਨੀਲੀ ਛੱਤ ਵਾਲਾ ਹੈ। ਔਰ ਜਦੋਂ ਜ਼ਿਲਤ ਮਿਲਦੀ ਹੈ ਇਨਸਾਨ ਨੂੰ, ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਮਿਲਦੀ ਹੈ। ਜਦੋਂ ਜ਼ਿਲਤ ਮਿਲਦੀ ਹੈ ਤੇ ਆਪਣੇ ਅਮਲਾਂ ਦੀ ਵਜ੍ਹਾ ਤੋਂ ਮਿਲਦੀ ਹੈ। ਉਹ ਨੀਲੀ ਛੱਤ ਵਾਲਾ ਨਹੀਂ ਚਾਹੁੰਦਾ
ਕਿ ਮੇਰਾ ਬੰਦਾ ਜ਼ਲੀਲ ਹੋਵੇ, ਲੇਕਿਨ ਬੰਦਾ ਜ਼ਲੀਲ ਹੁੰਦਾ ਹੈ ਆਪਣੀਆਂ ਹਰਕਤਾਂ, ਆਪਣੀਆਂ ਕਰਤੂਤਾਂ ਔਰ ਆਪਣੇ ਕਿਰਦਾਰ ਦੀ ਵਜ੍ਹਾ ਤੋਂ ਲਿਹਾਜ਼ਾ ਕਹਿਣ ਦਾ ਮਕਸਦ ਇਹ ਸੀ ਕਿ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਹਜੇ ਵੀ ਐਸੇ ਨਾਮ ਨਿਹਾਦ ਝੂਠੇ ਚੌਧਰੀ ਮੌਜੂਦ ਨੇ ਕਿ ਜਿਹੜੇ ਦਿਹਾੜੀਬਾਜ਼ ਨੇ। ਠੀਕ ਹੈ, 10,000 ਲੈ ਕੇ 15-20 ਹਜ਼ਾਰ ਲੈ ਕੇ ਥਾਣੇ ਤੋਂ ਬੰਦਾ ਛੁਡਵਾ ਦਿੱਤਾ, ਆਪ ਵਿੱਚ ਪੱਤੀ ਰੱਖੀ ਔਰ ਲੋਕਾਂ ਦੀਆਂ ਲੜਾਈਆਂ ਕਰਾ ਕੇ, ਔਰ ਖੁਦ ਹੀ ਲੜਾਈਆਂ ਕਰਾਈਆਂ, ਸ਼ੈਤਾਨੀ ਕੰਮ ਖੁਦ ਹੀ ਕੀਤਾ ਔਰ ਖੁਦ ਹੀ ਉਹਨਾਂ ਦੀਆਂ ਸੁਲ੍ਹਾ ਕਰਾ ਕੇ ਇਲਾਕੇ ਦੇ ਵਿੱਚ, ਲੋਕਾਂ ਦੇ ਵਿੱਚ ਆਪਣਾ ਨਾਂ ਵੱਡਾ ਕਰਨ ਦੀ ਕੋਸ਼ਿਸ਼ ਕੀਤੀ। ਨਾ ਯਾਰੋ, ਇੰਝ ਨਾ ਕਰੋ, ਕਿਉਂਕਿ ਸਦਾ ਇੱਥੇ ਨਹੀਂ ਬੈਠ ਰਹਿਣਾ। ਉਹ ਕਬਰ, ਉਹ ਗੌਰ, ਕਾਲੀ ਅੰਧੇਰੀ ਕੋਠੜੀ ਏ, ਉੱਥੇ ਵੀ ਜਾਣਾ। ਤੇ ਅਗਰ ਚੌਧਰ ਚਮਕਾਣੀ ਹੈ ਤੇ ਸੱਚੀ ਚਮਕਾਓ, ਝੂਠੀ ਨਾ ਚਮਕਾਓ, ਕਿਉਂਕਿ ਕਿਸੇ ਦਾ ਭਲਾ ਕਰੋਗੇ, ਰੱਬ ਤੁਹਾਡਾ ਭਲਾ ਕਰੇਗਾ। ਕਿਸੇ ਦੇ ਨਾਲ ਨੇਕੀ ਦਾ ਕੰਮ ਕਰੋਗੇ, ਭਲਾਈ ਦਾ ਕੰਮ ਕਰੋਗੇ, ਸੱਚੇ ਜਜ਼ਬੇ ਨਾਲ ਕਰੋਗੇ, ਅੱਲਾ ਦੀ ਰਜ਼ਾ ਵਾਸਤੇ ਕਰੋਗੇ, ਤੇ ਅੱਲਾਹ ਤਾਲਾ ਤੁਹਾਨੂੰ ਇਸ ਦੁਨੀਆ ਦੇ ਵਿੱਚ ਵੀ ਇੱਜ਼ਤਾਂ ਦੇਵੇਗਾ ਔਰ ਤੁਹਾਨੂੰ ਅੱਲਾਹ ਤਾਲਾ ਅਗਲੇ ਜਹਾਨ ਵੀ ਇੱਜ਼ਤਾਂ ਨਾਲ ਨਵਾਜ਼ੇਗਾ। ਕਿਉਂਕਿ ਕਿਸੇ ਗਰੀਬ ਦਾ ਭਲਾ ਕਰੀਏ ਜਾਂ ਕਿਸੇ ਅਮੀਰ ਦਾ ਭਲਾ ਕਰੀਏ, ਕਿਸੇ ਦੀ ਦੁਆ ਲਈਏ, ਤੇ ਅੱਲਾਹ ਤਾਲਾ ਉਸ ਦੁਆ ਦਾ ਸਿਲਾ, ਔਰ ਕਿਸੇ ਮਜ਼ਲੂਮ ਦੀ ਦੁਆ ਲਈਏ ਤੇ ਅੱਲਾਹ ਤਾਲਾ ਬਹੁਤ ਕਰੀਬ ਆ ਕੇ ਸੁਣਦਾ ਹੈ। ਤੇ ਅਗਰ ਕਿਸੇ ਦਾ ਭਲਾ ਕਰੋਗੇ तो अल्लाह ताला तो निशाना भी देगा, चौधरा भी देगा और इज्जत नाल भी नवाजेगा। अगर गल अच्छी लगी होए ਜ਼ਰੂਰ ਦੱਸਿਆ ਜੇ। ਗੱਲ ਚੁਭਣ ਵਾਲੀ ਵੀ ਸੀ ਉਹਨਾਂ ਲੋਕਾਂ ਨੂੰ ਜਿਹੜੇ ਚੌਧਰ ਝੂਠੀ ਚਮਕਾਉਂਦੇ ਨੇ, ਲੇਕਿਨ ਜਿਹੜੇ ਸਮਝਣ ਵਾਲੇ ਨੇ ਉਹ ਸਮਝਣਗੇ ਔਰ ਇਹਦੇ ਪੋਜ਼ਿਟਿਵ ਜਿਹੜੇ ਕਮੈਂਟਸ ਕਰਨਗੇ। ਅੱਲਾ ਹਾਫਿਜ਼।